316 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਕੇਐਸ ਪਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਘੱਲੂਘਾਰਾ ਹਫਤਾ ਜਾਂ ਘੱਲੂਘਾਰਾ ਮਹੀਨੇ ਦੇ ਤੌਰ ਦੇ ਉੱਤੇ ਅਸੀਂ ਇਸ ਵੇਲੇ ਮਨਾ ਰਹੇ ਹੈਗੇ ਆ ਜਾਂ ਇਸ ਸਮੇਂ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹੈਗੇ ਆ ਕਿ ਜਿਨ੍ਹਾਂ ਨੇ ਕੌਮ ਦੀ ਖਾਤਰ ਧਰਮ ਦੀ ਖਾਤਰ ਜਿਹੜਾ ਆਪਣਾ ਆਪਾ ਉਹ ਵਾਰ ਦਿੱਤਾ ਹੈਗਾ। ਪਿਛਲੀਆਂ ਕੜੀਆਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਪਹਿਲੂਆਂ ਨੂੰ ਤੁਹਾਡੇ ਨਾਲ ਜਿਹੜਾ ਹੈ ਤੁਹਾਡੀ ਨਜ਼ਰ 'ਚ ਲੈ ਕੇ ਆਈਏ ਜਿਨ੍ਹਾਂ ਪਹਿਲੂਆਂ ਕਰਕੇ ਕਈ ਵਾਰੀ ਅਸੀਂ ਥੋੜ੍ਹਾ ਜਿਹਾ ਅਵੇਸਲੇ ਹੁੰਦੇ ਹਾਂ ਜਾਂ ਅਸੀਂ ਉਹਨਾਂ ਚੀਜ਼ਾਂ ਨੂੰ ਕਈ ਵਾਰੀ ਨਜ਼ਰ ਅੰਦਾਜ਼ ਕਰਦੇ ਹਾਂ। ਸੋ ਪਿਛਲੇ ਜਿੰਨੇ ਵੀ ਸਾਡੇ ਗੈਸਟ ਸੀਗੇ ਉਹਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਪਹਿਲੂਆਂ ਨੂੰ ਹੀ ਅਸੀਂ ਟੱਚ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਵੱਖ-ਵੱਖ ਪਲੇਟਫਾਰਮਾਂ ਤੋਂ ਸੋਸ਼ਲ ਮੀਡੀਆ ਤੋਂ ਲੈ ਕੇ ਹਰ ਜਗ੍ਹਾ ਦੇ ਉੱਤੇ ਇਸ ਟਾਈਮ ਦੇ ਉੱਤੇ ਘੱਲੂਘਾਰਾ ਜਿਹੜਾ ਅਸੀਂ ਹਫਤਾ ਮਨਾ ਰਹੇ ਹੈਗੇ ਆ ਜਾਂ ਆਪਾਂ ਐਂ ਕਹਿ ਲਿਆ ਜਾਵੇ ਕਿ ਉਹਨਾਂ ਸ਼ਹੀਦਾਂ ਨੂੰ ਅਸੀਂ ਅਸਲ ਦੇ ਵਿੱਚ ਯਾਦ ਕਰ ਰਹੇ ਹੈਗੇ ਆ ਆਪੋ ਆਪਣੇ ਤਰੀਕੇ ਦੇ ਨਾਲ। ਸੋ ਹਰ ਇੱਕ ਬੰਦੇ ਦੀ ਕੋਸ਼ਿਸ਼ ਹੈਗੀ ਹੈ ਇੰਡੀਵਿਜੂਅਲ ਤੌਰ ਦੇ ਉੱਤੇ ਜਾਂ ਕਿਸੇ ਕੋਲ ਜਿਸ ਤਰ੍ਹਾਂ ਦਾ ਕੋਈ ਪਲੇਟਫਾਰਮ ਹੈਗਾ ਉਸ ਤਰ੍ਹਾਂ ਦੇ ਨਾਲ ਉਹ ਕੋਸ਼ਿਸ਼ ਕਰਿਆ ਕਿ ਉਹਨਾਂ ਸ਼ਹੀਦਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਯਾਦ ਕੀਤਾ ਜਾਵੇ, ਉਹਨਾਂ ਦੀ ਸ਼ਹੀਦੀ ਨੂੰ ਜਿਹੜਾ ਹੈ ਕੌਮ ਦੇ ਸਾਹਮਣੇ ਲਿਆ ਕੇ ਤੇ ਉਹਨਾਂ ਸ਼ਹੀਦਾਂ ਨੂੰ ਉਹਨਾਂ ਦਾ ਜਿਹੜਾ ਬਣਦਾ ਹੱਕ ਹੈਗਾ ਉਹ ਜ਼ਰੂਰ ਦਿੱਤਾ ਜਾਵੇ। ਕਿਉਂਕਿ ਜਦੋਂ ਇਹ ਸਾਰਾ ਕੁਝ ਵਾਪਰਿਆ ਤੇ ਬਹੁਤ ਸਮਾਂ ਉਸ ਤੋਂ ਬਾਅਦ ਕੌਮ ਜਿਹੜੀ ਹੈਗੀ ਆ ਉਹ ਬਹੁਤ ਡੂੰਘੇ ਸਦਮੇ 'ਚ ਕਹਿ ਸਕਦੇ ਆ ਜਾਂ ਉਸਦੇ ਪ੍ਰਭਾਵ ਤੇ ਇੰਨਾ ਕੁ ਥੱਲੇ ਚਲੇਗੀ ਕਿ ਗੱਲ ਕਰਨੀ ਵੀ ਮੁਸ਼ਕਲ ਸੀਗੀ ਉਸ ਟਾਈਮ ਦੇ ਉੱਤੇ। ਹੌਲੀ ਹੌਲੀ ਕੌਮ ਦੇ ਉੱਤੇ ਉਭਾਰ ਆਇਆ। ਮੇਰੀ ਖਾਸ ਕਿਸੇ ਸਿੱਖ ਸਿਆਸਤਦਾਨ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਇਹ ਸਵਾਲ ਵੀ ਕੀਤਾ ਕਿ ਕੀ ਅਸੀਂ ਸਾਨੂੰ ਵੀ ਕਈ ਵਾਰੀ ਲੋਕ ਇਸ ਚੀਜ਼ ਸਵਾਲ ਕਰਦੇ ਕਿ ਇੰਨੀ ਦੇਰ ਤੱਕ ਵਿੱਚ ਸਮਾਂ ਇੱਕ ਐਸਾ ਆਇਆ ਕਿ ਕੌਮ ਬਿਲਕੁਲ ਚੁੱਪ ਕਰਕੇ ਬੈਠੀ ਸੀ, ਕੋਈ ਬੋਲ ਨਹੀਂ ਸੀ ਰਿਹਾ। ਤਾਂ ਉਹਨਾਂ ਦਾ ਜਵਾਬ ਬੜਾ ਸਪਸ਼ਟ ਸੀਗਾ ਕਿ ਜਦੋਂ ਕੌਮਾਂ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈਗਾ ਜਾਂ ਕਿਸੇ ਕੌਮ ਨੂੰ ਬਿਲਕੁਲ ਐਲੀਮੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਬਿਲਕੁਲ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਉਸ ਕੌਮ ਨੂੰ ਇੰਨਾ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ ਤੇ ਕਈ ਵਾਰੀ ਉਹ ਕੌਮ ਜਿਹੜੀ ਹੈਗੀ ਆ ਉਹ ਇੰਨੇ ਡੂੰਘੇ ਸਦਮੇ 'ਚ ਚਲੇ ਜਾਂਦੀ ਆ। ਉੱਭਰਨ ਵਾਸਤੇ ਟਾਈਮ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਕਈ ਵਾਰੀ ਅਸੀਂ ਕਹਿ ਦਿੰਦੇ ਆ ਕਿ ਜਿਹੜਾ ਟਾਈਮ ਹੁੰਦਾ ਹੈਗਾ ਉਹ ਬਹੁਤ ਕੁਛ ਜਿਹੜਾ ਹੈ ਸਾਡਾ ਅੱਗੋਂ ਸਵਾਰਦਾ ਹੈਗਾ ਜਾਂ ਸਾਨੂੰ ਅੱਗੇ ਨਵੇਂ ਰਸਤੇ ਜਿਹੜਾ ਹੈ ਉਹ ਪੈਦਾ ਕਰਦਾ ਹੈਗਾ। ਸੋ ਇਹੀ ਕਾਰਨ ਸੀਗਾ ਕਿ ਬਹੁਤ ਪਹਿਲਾਂ ਸਮਾਂ ਜਿਹੜਾ ਸੀਗਾ ਕਿ ਕਈ ਵਾਰੀ ਅਸੀਂ ਗੱਲ ਕਰਨ ਤੋਂ ਵੀ ਆਮ ਬੰਦਾ ਵੀ ਗੱਲ ਕਰਨ ਤੋਂ ਡਰਦਾ ਸੀ। ਈਵਨ ਕਿ ਜਿਹੜੇ ਸਾਡੇ ਐਕਟਿਵਿਸਟ ਸੀਗੇ ਉਹ ਵੀ ਪ੍ਰੋਪਰ ਤੌਰ ਦੇ ਉੱਤੇ ਆਪਣੀ ਗੱਲ ਖੁੱਲ੍ਹੇ ਰੂਪ ਦੇ ਵਿੱਚ ਨਹੀਂ ਸੀ ਕਰ ਸਕਦੇ ਹੈਗੇ। ਉਹਦੇ ਕਈ ਕਾਰਨ ਸੀ। ਉਹਦੇ ਕਾਰਨ ਇਹ ਵੀ ਸੀਗੇ ਕਿ ਉਸ ਟਾਈਮ ਦੇ ਉੱਤੇ ਸ਼ਾਇਦ ਇੰਨੇ ਪਲੇਟਫਾਰਮ ਮੌਜੂਦ ਨਹੀਂ ਸੀ, ਨਾ ਸੋਸ਼ਲ ਮੀਡੀਆ ਇੰਨੇ ਵੱਡੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਸੀਗਾ। ਸੋ ਬਹੁਤ ਸਾਰੀਆਂ ਇਹੋ ਜਿਹੇ ਪਹਿਲੂ ਸੀਗੇ। ਮੈਂ ਆਪਣੀ ਗੱਲ ਨੂੰ ਸਮੇਟਾਂਗਾ ਕਿਉਂਕਿ ਇਹ ਗੱਲਾਂ ਜਿਹੜੀਆਂ ਆਪਾਂ ਮੇਨ ਮਕਸਦ ਵਾਲੀਆਂ ਗੱਲਾਂ ਨੇ ਉਹ ਕਰਨੀਆਂ। ਅੱਜ ਸਾਡੇ ਨਾਲ ਖਾਸ ਸਾਡੇ ਇੱਕ ਮਹਿਮਾਨ ਇੰਡੀਆ ਤੋਂ ਜੁੜਨਾ ਸੀਗਾ ਉਹਨਾਂ ਨੇ ਪਰ ਆਈ ਡੋਂਟ ਨੋ ਅਸੀਂ ਮੈਂ ਪ੍ਰੋਗਰਾਮ ਵੀ ਲੇਟ ਥੋੜ੍ਹਾ ਸ਼ੁਰੂ ਕੀਤਾ। ਬੜੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਕਿ ਅਸੀਂ ਸਕਾਈਪ ਦੇ ਰਾਹੀਂ ਜਾਂ ਉਹਨਾਂ ਦੇ ਸਾਡੇ ਹੋਰ ਸਿਸਟਮ ਹੈ ਉਸ ਸਿਸਟਮ ਦੇ ਰਾਹੀਂ ਅਸੀਂ ਉਹਨਾਂ ਨੂੰ ਜੁੜਿਆ ਜਾਵੇ। ਈਵਨ ਕਿ ਟੈਲੀਫੋਨ ਰਾਹੀਂ ਵੀ ਅਸੀਂ ਉਹਨਾਂ ਨੂੰ ਜਿਹੜਾ ਹੈ ਆਡੀਓ ਕਾਲ ਰਾਹੀਂ ਵੀ ਰਹਿਣ ਦੀ ਕੋਸ਼ਿਸ਼ ਕੀਤੀ ਪਰ ਆਈ ਡੋਂਟ ਨੋ ਕਿ ਟੈਕਨੀਕਲ ਕੀ ਇਸ਼ੂ ਜਿਹੜਾ ਹੈ ਉਹ ਪੈਦਾ ਹੋਇਆ ਕਿ ਉਹਦੇ ਸਾਡੀਆਂ ਲਾਈਨਸ ਜਿਹੜੀਆਂ ਨੇ ਉਹ ਮਿਲ ਨਹੀਂ ਰਹੀਆਂ। ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੇ ਨਾਲ ਸੰਪਰਕ ਜਿਹੜਾ ਹੈ ਉਹ ਨਹੀਂ ਸਾਧਿਆ ਜਾ ਰਿਹਾ। ਸਾਡਾ ਸਕੈਜੂਅਲ ਸੀਗਾ ਅੱਜ ਉਹਨਾਂ ਦੇ ਨਾਲ। ਸੋ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨੂੰ ਮੈਂ ਜਿਹੜਾ ਹੈ ਤੁਹਾਡੇ ਰੂਬਰੂ ਕਰਾਂ ਤੇ ਅੱਜ ਜਿਹੜਾ ਇਹ ਪ੍ਰੋਗਰਾਮ ਕਿਉਂਕਿ ਸਮਾਂਬੱਧ ਚੀਜ਼ਾਂ ਹੁੰਦੀਆਂ ਨੇ ਤੇ ਸਾਨੂੰ ਇਹਨਾਂ ਪ੍ਰੋਗਰਾਮਾਂ ਨੂੰ ਫਿਰ ਉਸ ਤਰ੍ਹਾਂ ਹੀ ਕੰਟੀਨਿਊ ਕਰਨਾ ਪੈਂਦਾ ਤੇ ਅੱਜ ਇਹ ਪ੍ਰੋਗਰਾਮ ਮੈਨੂੰ ਇਕੱਲੇ ਤੌਰ ਦੇ ਉੱਤੇ ਹੀ ਤੁਹਾਡੀ ਨਾਲ ਰੂਬਰੂ ਹੋਣਾ ਪਏਗਾ, ਤੁਹਾਡੀ ਨਜ਼ਰ ਕਰਨਾ ਪਏਗਾ ਤੇ ਉਹ ਜਿਹੜੀਆਂ ਵਿਚਾਰਾਂ ਅਸੀਂ ਉਹਨਾਂ ਦੇ ਨਾਲ ਕਰਨੀਆਂ ਸੀ ਜਾਂ ਜਿਹੜੀਆਂ ਵਿਚਾਰਾਂ ਨੂੰ ਅਸੀਂ ਦੋ ਜਾਣਿਆਂ ਨੇ ਆਪਸ ਵਿੱਚ ਗੱਲਬਾਤ ਕਰਨੀ ਸੀਗੀ ਉਹਦੀ ਬਜਾਏ ਅੱਜ ਇਕੱਲੇ ਹੀ ਮੈਨੂੰ ਇਹ ਪ੍ਰੋਗਰਾਮ ਜਿਹੜਾ ਹੈ ਉਹ ਹੈਂਡਲ ਕਰਨਾ ਪੈਣਾ। ਪਰ ਲੇਕਿਨ ਚਲੋ ਆਪਾਂ ਗੱਲਬਾਤ ਕਰਦੇ ਹਾਂ। ਮੈਂ ਜਿਹੜੀ ਖਾਸ ਜਿਹੜੀ ਇੱਥੋਂ ਹੀ ਗੱਲ ਆਪਾਂ ਸ਼ੁਰੂ ਕਰ ਲੈਂਦੇ ਹੈਗੇ ਆ
ਕਿ ਕੀ ਕਾਰਨ ਹੋ ਰਿਹਾ ਪਿਛਲੇ ਸਮੇਂ ਦੌਰਾਨ। ਤੁਸੀਂ ਦੇਖਿਆ ਕਿ ਕੁਝ ਦਿਨਾਂ ਤੋਂ ਕੁਛ 4 ਦਿਨਾਂ ਤੋਂ ਕੁਛ ਅਜਿਹਾ ਵਾਪਰ ਰਿਹਾ ਹੈਗਾ ਜਿਹੜਾ ਸਾਨੂੰ ਸਾਡੀ ਬੁੱਧੀ ਨੂੰ ਕਿਤੇ ਕਿਸੇ ਹੋਰ ਰੂਪ ਵਿੱਚ ਦਿਖਾ ਰਿਹਾ ਕੁਛ, ਕਿ ਜਿੱਦਾਂ ਕੋਈ ਵਰਤਾਰਾ ਵਾਪਰਨਾ ਹੋਵੇ ਜਾਂ ਕੋਈ ਚੇਂਜ ਆਉਣੀ ਹੋਵੇ। ਸੋ ਅਸੀਂ ਆਪਣੇ ਤੌਰ ਦੇ ਉੱਤੇ ਇਹ ਚੀਜ਼ ਦੇਖੀ ਆ ਕਿ ਜਿੰਨੇ ਏਡੀ ਮਹਾਮਾਰੀ ਦੌਰਾਨ ਜਿੰਨੇ ਵੱਡੇ ਰੂਪ ਦੇ ਵਿੱਚ ਘੱਲੂਘਾਰਾ ਦਿਵਸ ਨੂੰ ਸਮਰਪਿਤ ਸਾਡੀ ਸਿੱਖ ਕੌਮ ਇਸ ਵਾਰ ਹੋਈ ਆ, ਉਹ ਸ਼ਾਇਦ ਪਹਿਲਾਂ ਕੁਝ ਸਾਲਾਂ ਦੇ ਵਿੱਚ ਨਹੀਂ ਹੋਈ। ਸੋ ਇਹ ਮੇਰਾ ਇੱਕ ਸਵਾਲ ਸੀਗਾ ਉਸ ਸ਼ਖਸੀਅਤ ਨੂੰ। ਮੈਂ ਕੋਸ਼ਿਸ਼ ਕਰੂੰਗਾ ਕੱਲ੍ਹ ਵਾਲੇ ਪ੍ਰੋਗਰਾਮ 'ਚ ਉਹਨਾਂ ਨੂੰ ਜ਼ਰੂਰ ਤੁਹਾਡੇ ਰੂਬਰੂ ਜਿਹੜਾ ਹੈ ਉਹ ਕੀਤਾ ਜਾਏਗਾ। ਤੇ ਉਹ ਸਵਾਲ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ, ਮੈਂ ਆਪਣੇ ਤੌਰ ਦੇ ਉੱਤੇ ਲੱਭਣ ਦੀ ਕੋਸ਼ਿਸ਼ ਕੀਤੀ ਜਾਂ ਉਹ ਚੀਜ਼ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਕਿ ਕੀ ਸਾਡੀ ਕੌਮ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਸਮਝ ਆ ਚੁੱਕੀ ਆ, ਜਾਂ ਕੌਮ ਦੇ ਅੱਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਜਾਂ ਜੋ ਹਾਲਾਤ ਪਿਛਲੇ ਸਮੇਂ 'ਚ ਬਣੇ ਉੱਥੋਂ ਅਸੀਂ ਕੁਝ ਸਿੱਖ ਲਿਆ ਹੈਗਾ। ਇਹ ਜ਼ਰੂਰ ਕੁਛ ਨਾ ਕੁਛ ਜਿਹੜਾ ਹੈ ਇਹ ਖੁੱਲ੍ਹੇ ਰੂਪ ਦੇ ਵਿੱਚ ਜਿਹੜਾ ਸਾਡੇ ਸਾਹਮਣੇ ਆ ਗਿਆ। ਮੈਂ ਗੱਲ ਇੱਥੋਂ ਸ਼ੁਰੂ ਕਰਾਂ ਕਿ ਜਿੱਦਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਖਾਲਿਸਤਾਨ ਦੀ ਹਮਾਇਤ ਕਰਦੇ ਹੋ, ਸੋ ਉੱਥੇ ਉਹਨਾਂ ਦਾ ਜਵਾਬ ਸੀਗਾ ਕਿ ਕਿਹੜਾ ਸਿੱਖ ਆ ਦੁਨੀਆ ਦੇ ਵਿੱਚ, ਕਿਹੜਾ ਸਿੱਖ ਆ ਕਿ ਜਿਹੜਾ ਖੁਦ ਮੁਖਤਿਆਰੀ ਔਰ ਖਾਲਿਸਤਾਨ ਦੀ ਮੰਗ ਜਿਹੜੀ ਹੈ ਉਹ ਨਾ ਕਰਦਾ ਹੋਵੇ, ਜਾਂ ਉਹ ਸਿੱਖ ਰਾਜ ਨਾ ਚਾਹੁੰਦਾ ਹੋਵੇ। ਸੋ ਇੱਕ ਇਹਦੇ ਦੇ ਉੱਤੇ ਬਹੁਤ ਸਾਰੇ ਸਵਾਲ ਪੈਦਾ ਹੋ ਰਹੇ ਨੇ, ਬਹੁਤ ਸਾਰੀਆਂ ਚੀਜ਼ਾਂ ਜਿਹੜੇ ਸਾਡੇ ਐਨਾਲਾਈਜ਼ ਕਰਦੇ ਨੇ ਜਾਂ ਜਿਹੜੇ ਐਕਟਿਵਿਸਟ ਲੋਕ ਨੇ, ਮੈਂ ਉਹਨਾਂ ਦੇ ਓਪੀਨੀਅਨ ਇਸ ਪ੍ਰੋਗਰਾਮ ਤੋਂ ਪਹਿਲਾਂ ਖੁਦ ਲਏ ਸੀਗੇ। ਸੋ ਉਹਨਾਂ ਵੱਲੋਂ ਸੀਗਾ ਕਿ ਚਾਹੇ ਭਾਵੇਂ ਇਸ ਬਿਆਨ ਨੂੰ ਕਈ ਲੋਕ ਇਹ ਮਹਿਸੂਸ ਕਰਦੇ ਨੇ ਕਿ ਇਹ ਸ਼ਾਇਦ ਇੱਕ ਅਕਾਲੀ ਦਲ ਵੱਲੋਂ ਦਵਾਇਆ ਗਿਆ ਕਿ ਆਪਣੀ ਸ਼ਾਖ ਨੂੰ ਦੁਬਾਰਾ ਮੁੜ ਉਜਾਗਰ ਕਰਨ ਵਾਸਤੇ ਦਵਾਇਆ ਗਿਆ ਬਿਆਨ ਹੈਗਾ, ਭਾਵੇਂ ਕਿ ਇਸ ਨੂੰ ਇਸ ਰੂਪ ਦੇ ਵਿੱਚ ਤੁਸੀਂ ਦੇਖ ਲਓ, ਪਰ ਲੇਕਿਨ ਜਿਹੜੀ ਚੀਜ਼ ਕਿਸੇ ਨੇ ਪੋਜ਼ਿਟਿਵ ਤੌਰ ਦੇ ਉੱਤੇ ਕਈ ਸਿੱਖਾਂ ਦੀ ਉਹਨਾਂ ਨੇ ਸਵਾਲ ਵੀ ਕੀਤਾ ਕਿ ਇਹ ਜਿਹੜੀ ਮੰਗ ਹੈਗੀ ਆ, ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂ ਦਰਬਾਰ ਸਾਹਿਬ ਦੇ ਉੱਤੇ ਜਦੋਂ ਇਹ ਹਮਲਾ ਹੋਇਆ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਇਹ ਸੀਗਾ ਕਿ ਜਿਸ ਦਿਨ ਭਾਰਤੀ ਹਕੂਮਤ ਦੇ ਭਾਰਤੀ ਫੌਜਾਂ ਦੇ ਪੈਰ ਦਰਬਾਰ ਸਾਹਿਬ ਦੇ ਵਿੱਚ ਪੈਣਗੇ, ਉਸ ਟਾਈਮ ਦੇ ਉੱਤੇ ਖਾਲਿਸਤਾਨ ਦੀ ਨੀਂਹ ਜਿਹੜੀ ਹੈ ਉਹ ਰੱਖੀ ਜਾਏਗੀ। ਸੋ ਇਹ ਇੱਕ ਸੰਵਿਧਾਨ ਦੇ ਤੌਰ ਦੇ ਉੱਤੇ ਪੇਸ਼ ਕੀਤਾ ਕਿ ਇੱਕ ਹੱਦ ਸੀ ਉਹਨਾਂ ਦੀ, ਉਹਨਾਂ ਨੇ ਹੱਦ ਤੈਅ ਕਰ ਦਿੱਤੀ, ਇੱਕ ਦੀਵਾਰ ਉਹਨਾਂ ਨੇ ਦਿੱਤੀ ਕਿ ਜੇ ਤੁਸੀਂ ਇਹ ਚੀਜ਼ ਕੀਤੀ ਤੇ ਇਸ ਤੋਂ ਬਾਅਦ ਇਹ ਚੀਜ਼ ਹੋਏਗੀ। ਸੋ ਜਿਹੜੀ ਉਹਨਾਂ ਨੇ ਸ਼ਹੀਦੀ ਦਿੱਤੀ, ਉਹ ਸ਼ਹੀਦੀ ਬੜੇ ਖੁੱਲ੍ਹੇ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਖੁੱਲ੍ਹੇ ਪ੍ਰਗਟਾਵੇ ਦੇ ਨਾਲ ਉਹਨਾਂ ਨੇ ਇਹ ਚੀਜ਼ ਨੂੰ ਕੀਤਾ ਸੀਗਾ। ਉਸ ਤੋਂ ਪਹਿਲਾਂ ਉਹਨਾਂ ਨੇ ਇਹ ਚੀਜ਼ ਕਰ ਦਿੱਤੀ ਸੀ ਕਿ ਮੈਂ ਸ਼ਹੀਦ ਹੋਣਾ, ਤੇ ਜਿਹੜੇ ਉਹਨਾਂ ਦੇ ਜੁਝਾਰੂ ਸਿੰਘ ਸੀਗੇ ਉਹ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਵਾਸਤੇ ਕੁਝ ਸਿੰਘ ਜਿਹੜੇ ਜੂਝੇ ਉੱਥੇ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ। ਸੋ ਉਹਨਾਂ ਨੇ ਇੱਕ ਸੰਕਲਪ, ਇੱਕ ਉਹਨਾਂ ਨੇ ਆਪਣੀ ਸੋਚ, ਇੱਕ ਉਹਨਾਂ ਨੇ ਆਪਣਾ ਜਿਹੜਾ ਨਿਸ਼ਾਨਾ ਸੀ ਉਹਨੂੰ ਉਹਨਾਂ ਨੇ ਬਿਲਕੁਲ ਸਪਸ਼ਟ ਤੌਰ ਦੇ ਉੱਤੇ ਰੱਖਿਆ ਪਿਆ ਸੀਗਾ। ਸੋ ਉੱਥੋਂ ਇੱਕ ਸਿੱਖੀ ਦਾ ਸਿਧਾਂਤ ਜਿਹੜਾ ਹੈ ਉਹ ਨਿਕਲਦਾ ਹੈਗਾ। ਇੱਥੋਂ ਕਈ ਵਾਰੀ ਸਾਡੇ ਕੋਲ ਸਵਾਲ ਵੀ ਆਇਆ ਪਿਛਲੇ ਦਿਨਾਂ ਦੇ ਵਿੱਚ ਕਿ ਸੰਤਾਂ ਨੇ ਤਕਰੀਬਨ ਜਿੰਨੇ ਵੀ ਉਹਨਾਂ ਦੇ ਲੋਕ YouTube ਤੋਂ ਦੇਖਦੇ ਨੇ ਜਾਂ ਬਹੁਤ ਸਾਰੀਆਂ ਚੀਜ਼ਾਂ ਤੋਂ ਹੋਰ ਜਗ੍ਹਾ ਤੋਂ ਸਰੋਤਾਂ ਤੋਂ ਉਹ ਸੰਤਾਂ ਦੀਆਂ ਸਪੀਚਾਂ ਨੂੰ ਸੁਣਦੇ ਨੇ, ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੇ ਕਿਤੇ ਇਹ ਸਵਾਲ ਸੀਗਾ ਲੋਕਾਂ ਦਾ ਕਿ ਉਹਨਾਂ ਨੇ ਤੇ ਕਿਤੇ ਖਾਲਿਸਤਾਨ ਦੀ ਜਿਹੜੀ ਮੰਗ ਹੈ ਉਹ ਨਹੀਂ ਕੀਤੀ ਜਾਂ ਉਹਨਾਂ ਨੇ ਖਾਲਿਸਤਾਨ ਨਹੀਂ ਮੰਗਿਆ। ਉਹਨਾਂ ਨੇ ਇੱਕ ਸਿਧਾਂਤ ਦਿੱਤਾ, ਇਹਦੇ ਪਿੱਛੇ ਮੇਰੀ ਜੋ ਕਿਸੇ ਵਿਦਵਾਨ ਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਕੋਈ ਸ਼ਹੀਦ ਜਾਂ ਕੌਮ ਦਾ ਲੀਡਰ ਉੱਭਰ ਕੇ ਆਉਂਦਾ ਹੈਗਾ, ਉਹਨੇ ਕੌਮ ਦੀ ਉਸ ਟਾਈਮ ਦੀ ਸਥਿਤੀ ਨੂੰ ਵਾਚਣਾ ਹੁੰਦਾ, ਉਸ ਟਾਈਮ ਕੌਮ ਕਿੱਥੇ ਖੜੀ ਆ ਉਸ ਨੂੰ ਉਹਨੇ ਦੇਖਣਾ ਹੁੰਦਾ, ਉਹਨੇ ਭਾਪਣਾ ਹੁੰਦਾ, ਉਹਨਾਂ ਨੇ ਉਹ ਚੀਜ਼ ਨੂੰ ਦੇਖਣਾ ਹੁੰਦਾ ਕਿ ਕੌਮ ਉਸ ਚੀਜ਼ ਵਾਸਤੇ ਤਿਆਰ ਹੈ
ਜਾਂ ਕੌਮ ਉਸ ਚੀਜ਼ ਵਾਸਤੇ, ਇਹ ਸਾਰੇ ਕਾਸੇ ਵਾਸਤੇ ਰੈਡੀ ਹੈ। ਸੋ ਉਹਨਾਂ ਨੇ ਉਸ ਟਾਈਮ ਦੇ ਉੱਤੇ ਇੱਕ ਜਿਹੜਾ ਸਿਧਾਂਤ ਦੇ ਤੌਰ ਦੇ ਉੱਤੇ ਦਿੱਤਾ ਕਿ ਉਹਨਾਂ ਨੇ ਇੱਕ ਬਾਉਂਡਰੀ, ਇੱਕ ਲੀਹ ਖਿੱਚ ਦਿੱਤੀ ਕਿ ਜੇ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਕੀਤਾ ਤਾਂ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਸਰਕਾਰ ਨੇ ਉਹ ਕੀਤਾ ਤੇ ਉਸ ਤੋਂ ਬਾਅਦ ਇਹ ਸਵਾਲ ਤਾਂ ਉੱਥੇ ਹੀ ਖਤਮ ਹੋ ਗਿਆ। ਇਹ ਉੱਥੇ ਹੀ ਖਤਮ ਹੋ ਜਾਂਦਾ। ਸਾਨੂੰ ਇਹ ਸਵਾਲ ਹੀ ਨਹੀਂ ਕਰਨਾ ਚਾਹੀਦਾ ਜਾਂ ਸਾਨੂੰ ਇਹਦਾ ਜਵਾਬ ਹੀ ਨਹੀਂ ਕਿਸੇ ਕੋ ਮੰਗਣਾ ਚਾਹੀਦਾ ਕਿ ਉਹਨਾਂ ਨੇ ਤਾਂ ਸਾਰੀ ਉਮਰ ਖਾਲਿਸਤਾਨ ਜਾਂ ਆਪਣੇ ਜਿਹੜੇ ਵੀ ਉਹਨਾਂ ਦਾ ਸਮਾਂ ਮਿਲਿਆ, ਕੋਈ 6 ਸਾਲ ਦਾ ਸਮਾਂ ਉਹਨਾਂ ਦਾ, ਜੇ ਆਪਾਂ ਸੰਤ ਕਰਤਾਰ ਸਿੰਘ ਹੋਣਾ ਦੀ ਜਿਹੜੀ ਜਦੋਂ ਉਹ ਸਵਰਗ ਸਿਧਾਰ ਗਏ ਉਸ ਤੋਂ ਬਾਅਦ ਦਾ ਜਿਹੜਾ ਉਹਨਾਂ ਕੋਲ 6 ਸਾਲ ਦਾ ਸਮਾਂ ਮਿਲਿਆ, ਬਹੁਤ ਥੋੜਾ ਸਮਾਂ। ਉਹਨਾਂ ਐਡੀ ਵੱਡੀ ਸ਼ਖਸੀਅਤ ਨੂੰ ਜਿਹੜਾ 6 ਸਾਲ ਦੇ ਸਮੇਂ ਦੇ ਵਿੱਚ ਉਹਨਾਂ ਨੇ ਕਿੱਡੇ ਕਿੱਡੇ ਵੱਡੇ ਕਾਰਨਾਮੇ ਕੀਤੇ। ਸੋ ਆਪਾਂ ਆਪਣੇ ਜਿਹੜਾ ਮੇਨ ਸਾਡਾ ਗੱਲਬਾਤ ਉੱਥੋਂ ਅਸੀਂ ਭੜਕ ਜਾਵਾਂਗੇ, ਮੈਂ ਉਸ ਲਾਈਨ 'ਚ ਨਹੀਂ ਜਾਊਂਗਾ, ਪਰ ਲੇਕਿਨ ਜੋ ਵੀ ਉਹਨਾਂ ਕੋਲ 6 ਸਾਲ ਦਾ ਸਮਾਂ ਮਿਲਿਆ, ਸੋ ਉਹਦੇ ਵਿੱਚ ਉਹਨਾਂ ਨੇ ਕੌਮ ਦੀ ਸਾਰੀ ਸਥਿਤੀ ਜਿਹੜੀ ਸੀਗੀ, ਸਾਰਾ ਕੁਝ ਨੂੰ ਭਾਪ ਲਿਆ ਸੀਗਾ ਕਿ ਕਿਹੜਾ ਕਿਹੜਾ ਕਿੱਥੇ ਖੜਾ ਹੈਗਾ। ਸਾਡੀ ਪੋਲੀਟੀਕਲ ਪਾਰਟੀ ਉਸ ਟਾਈਮ ਦੀ ਅਕਾਲੀ ਦਲ ਕਿੱਥੇ ਖੜਾ ਹੈਗਾ, ਸਿੱਖ ਸਟੂਡੈਂਟ ਫੈਡਰੇਸ਼ਨ ਕਿੱਥੇ ਖੜੀ ਹੈਗੀ ਆ, ਜਾਂ ਬਾਕੀ ਜਥੇਬੰਦੀਆਂ ਕਿੱਥੇ ਖੜੀਆਂ ਨੇ, ਕਿ ਕੌਮ ਉਸ ਵਾਸਤੇ ਤਿਆਰ ਹੈ। ਸੋ ਉੱਥੇ ਕੌਮ ਨੂੰ ਉਹਨਾਂ ਨੇ ਜਗਾਉਣਾ ਸੀ, ਕਿਉਂਕਿ ਇੱਕ ਪ੍ਰੋਸੈਸ ਹੁੰਦਾ, ਇਹ ਕੋਈ ਇੱਕ ਦਿਨ ਦੇ ਵਿੱਚ ਓਵਰਨਾਈਟ ਹੋਣ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ, ਜਾਂ ਓਵਰਨਾਈਟ ਤੁਸੀਂ ਕੁਝ ਇਸ ਚੀਜ਼ ਨੂੰ ਕਰ ਨਹੀਂ ਸਕਦੇ ਹੁੰਦੇ, ਕਿਉਂਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ। ਕੌਮ ਉਸ ਵਾਸਤੇ ਉੱਤੇ ਮੈਂਟਲੀ, ਫਿਜ਼ੀਕਲੀ, ਇਕਨੋਮਿਕਲੀ ਪੂਰੀ ਤਰ੍ਹਾਂ ਦੇ ਨਾਲ ਉਸ ਦਾਇਰੇ ਕਾਰ ਦੇ ਵਿੱਚ ਫਿੱਟ ਹੋਣੀ ਚਾਹੀਦੀ ਹੈਗੀ ਆ, ਤਦ ਜਾ ਕੇ ਕੋਈ ਚੀਜ਼ ਦੀ ਸੰਭਾਵਨਾ ਜਿਹੜੀ ਆ ਉਹ ਬਣਦੀ ਹੈਗੀ ਆ। ਸੋ ਜੇ ਆਪਾਂ ਪਿੱਛੇ 36 ਜਾਂ 38 ਸਾਲ ਪਿੱਛੇ ਲਾਈਏ, ਜਾਂ ਜਦੋਂ ਆਪਾਂ ਉਸ ਟਾਈਮ ਦੀ ਪਿਕਚਰ ਨੂੰ ਦੇਖਦੇ ਹੈਗੇ ਆ, ਉਸ ਟਾਈਮ ਦੀ ਤਸਵੀਰ ਨੂੰ ਦੇਖਦੇ ਹੈਗੇ ਆ, ਤਾਂ ਉਦੋਂ ਇਹ ਚੀਜ਼ ਬੜੀ ਸਪਸ਼ਟ ਸੀਗੀ ਕਿ ਉਸ ਟਾਈਮ ਦੇ ਉੱਤੇ ਹੋਰ ਬਹੁਤ ਕੁਝ ਹੋਇਆ ਸੀਗਾ। ਬਹੁਤ ਸਾਡੇ ਪੰਜਾਬ ਦੇ ਵਿੱਚ ਹੋਰ ਤਰ੍ਹਾਂ ਦਾ ਮਾਹੌਲ ਸੀਗਾ। ਸੋ ਪਹਿਲੀ ਗੱਲ ਕਿ ਜਿਹੜੀ ਸਾਡੀ ਨੌਜਵਾਨ ਸੀਗੀ, ਜੋ ਸਾਨੂੰ ਅੱਜ ਦਿਖ ਰਿਹਾ ਹੈਗਾ, ਇਹ ਸੇਮ ਹੀ ਉਸ ਟਾਈਮ ਦੇ ਉੱਤੇ ਸੀਗਾ ਕਿ ਕੌਮ ਨੂੰ ਜਾਂ ਪੰਜਾਬੀਅਤ ਨੂੰ, ਪੰਜਾਬ ਦੇ ਸਿੱਖਾਂ ਦੇ ਬੱਚਿਆਂ ਨੂੰ ਖਾਸ ਤੌਰ ਦੇ ਉੱਤੇ ਉਸ ਚੀਜ਼ ਤੋਂ, ਉਸ ਤੋਂ ਕੱਢ ਕੇ ਪਹਿਲਾਂ ਤਾਂ ਸਿੱਖੀ ਦੇ ਨਾਲ ਜੋੜਨਾ, ਤਾਂ ਉਸ ਤੋਂ ਬਾਅਦ ਹੀ ਤੁਹਾਡੀ ਜਿਹੜੀ ਜਵਾਨੀ ਹੁੰਦੀ ਆ, ਜਾਂ ਜਿਹੜੇ ਲੋਕਾਂ ਨੇ ਅੱਗੇ ਕੌਮ ਨੂੰ ਲੈ ਕੇ ਜਾਣਾ ਹੁੰਦਾ, ਉਹ ਅੱਗੇ ਉਹਦਾ ਭਵਿੱਖ ਜਿਹੜਾ ਹੈ ਉਹ ਤੈਅ ਕਰਦੀਆਂ ਨੇ। ਹਰ ਕੌਮ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਹੀ ਹੁੰਦਾ ਹੈਗਾ। ਸੋ ਸਿੱਖ ਪਰੰਪਰਾਵਾਂ ਅਨੁਸਾਰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰਨੀ ਸੀ। तो शहीद जिहड़ा है उन्होंने कोई इस तरह की शहीदी प्राप्त नहीं की कि जिसनों आपां एक बिल्कुल छोटे जे लफ्ज़ां विच बयान कर सकते हैं, नहीं कर सकते। वो एक बहुत वड्डा, एक बहुत वड्डी सानू प्लेटफार्म दे के गए ने, बहुत वड्डे सिद्धांत दे के गए ने, बहुत सारिया गल्लां उन्हां दे उत्ते, उन्हां दे पहलुआं दे उत्ते नज़र मारन वाली गल हैगी आ। मैं कई चीज़ां उन्हां दियां बहुत बार सुनिया और बहुत बारी पढ़िया। जद मैं हर बारी उस चीज़ नूं पढ़दा, मैं अपने तौर दे उत्ते इस चीज़ नूं महसूस कीता कि मैं जदों भी पढ़दा मैनूं उहदे विच एक नवेकली, एक नवीं सोच जिहड़ी आ वो मेरी काम करनी शुरू कर जाती हैगी आ। जां मैं उस चीज़ नूं देखदा कि मैं जिहड़ी पहलां मैं पढ़ी सी वो मैनूं किसी होर डायरैक्शन नूं ले जा रही सी, मेरी मैं किसी होर सोच वाल जा रहा सीगा। लेकिन जो मैं दूजी बारी पढ़िया मैनूं होर समझ आई, तीजी बारी पढ़िया मैनूं होर समझ आई, चौथी बारी पढ़िया मैनूं होर समझ आई। सो उत्थों एक चीज़ मैनूं जिहड़ी तुहाडे नाल मैं शेयर करनी चाहांगा दर्शकों, वो ये हैगी आ कि मैनूं ये महसूस होया कि संत जरनैल सिंह जी खालसा की शहीदी जां उन्हां दी शख्सियत नूं छोटे जे कटहरे दे विच रख के, जां उस चौकटे दे विच रख के, जां उन एक पीरियड दे विच रख के असीं उन्हां दी शख्सियत बयान नहीं कर सकते। बहुत डूंगी सोच तक सानू अपनी सोच लिजानी पेगी और बहुत लंबा सोचना पेगा, तद जाके सानू उन्हां दियां कईयां होईयां
ਇੱਕ ਇੱਕ ਗੱਲਾਂ ਜਿਹੜੀਆਂ ਨੇ ਉਹ ਸਮਝ ਆਉਣਗੀਆਂ। ਕਿਤੇ ਉਹਨਾਂ ਨੇ ਖੁੱਲੇ ਰੂਪ ਦੇ ਵਿੱਚ ਬਹੁਤ ਕਈ ਵਾਰੀ ਉਹ ਕਹਿੰਦੇ ਸੀ ਕਿ ਲੋਕਾਂ ਦਾ ਵੀ ਇਹ ਕਈ ਲੋਕ ਸਾਨੂੰ ਵੀ ਸਵਾਲ ਕਰ ਦਿੰਦੇ ਵੀ ਕਈ ਵਾਰੀ ਉਹ ਬੜੇ ਗੁੱਸੇ 'ਚ ਬੋਲਦੇ ਸੀਗੇ। ਔਰ ਉਹ ਕੌਮ ਦਾ ਦਰਦ ਜਿਸ ਜਗ੍ਹਾ ਤੋਂ ਮਹਿਸੂਸ ਕਰਦੇ ਸੀ, ਜਿਸ ਜਗ੍ਹਾ ਤੋਂ ਉਹ ਬੋਲ ਰਹੇ ਹੁੰਦੇ ਸੀਗੇ, ਉੱਥੇ ਆਮ ਬੰਦਾ ਜਿਹੜਾ ਸਾਡੇ ਵਰਗਾ ਘੱਟ ਬੁੱਧੀ ਵਾਲਾ ਬੰਦਾ, ਉਹਦੀ ਸੋਚ ਉੱਥੋਂ ਤੱਕ ਨਹੀਂ ਜਾਂਦੀ। ਉਹ ਮੈਂ ਇਹ ਵੀ ਕਹਾਂਗਾ ਕਿ ਬਹੁਤ ਸਾਰੇ ਪੜ੍ਹੇ ਲਿਖੇ ਵੈਲ ਐਜੂਕੇਟਡ ਜਿਹੜੇ ਲੋਕ ਆਪਣੇ ਆਪ ਨੂੰ ਸੰਪੂਰਨ ਸਮਝਦੇ ਨੇ, ਸੰਪੂਰਨ ਮਤਲਬ ਕਿ ਉਹ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਬਹੁਤ ਵੈਲ ਐਜੂਕੇਟਡ ਹਾਂ, ਵੀ ਨੋ ਐਵਰੀਥਿੰਗ। ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਆ ਜਾਂਦੀ ਹੈਗੀ ਆ ਕਿ ਅਸੀਂ ਉਸ ਲੈਵਲ ਦੇ ਬੰਦੇ ਆ ਕਿ ਅਸੀਂ ਹਰ ਚੀਜ਼ ਨੂੰ, ਸਮਾਜ ਦੇ ਹਰ ਪਹਿਲੂ ਨੂੰ ਅਸੀਂ ਜਾਣਦੇ ਹੈਗੇ ਆ। ਖਾਸ ਤੌਰ ਦੇ ਉੱਤੇ ਉਸ ਟਾਈਮ ਦੇ ਉੱਤੇ ਦੀ ਜਿਹੜੀ ਪੱਤਰਕਾਰੀ ਦੇ ਉੱਤੇ ਮੈਂ ਗੱਲ ਵੀ ਨਾਲ ਹੀ ਇਹਦੇ ਜੋੜਦੇ ਆ, ਉਸ ਟਾਈਮ ਦੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਸਿਆਣੇ ਕਹਿਣ ਵਾਲੇ ਬੰਦੇ, ਬਹੁਤ ਅਲੀਟ ਕਲਾਸ, ਬਹੁਤ ਪੜ੍ਹੇ ਲਿਖੇ, ਬਹੁਤ ਹਾਈ ਫਾਈ, ਬਹੁਤ ਉਹ ਸਿੱਖ ਜਿਹੜੇ ਇੱਕ ਅਲੱਗ ਤਰ੍ਹਾਂ ਦੇ ਨਾਲ ਸੋਚਦੇ ਸੀਗੇ ਜਾਂ ਰਾਸ਼ਟਰਵਾਦ ਦੇ ਉਸ ਚੌਕਟੇ 'ਚ ਹੀ ਫਿੱਟ ਹੁੰਦੇ ਸੀਗੇ। ਉਹਨਾਂ ਨੂੰ ਰਾਸ਼ਟਰ ਹੀ ਵਾਦ ਹੀ ਉਸ ਟਾਈਮ ਦੇ ਉੱਤੇ ਉਹਨਾਂ ਦੇ ਦਿਮਾਗ ਦੇ ਵਿੱਚ ਕੰਮ ਜਿਹੜਾ ਸੀ ਉਹ ਕਰ ਰਿਹਾ ਸੀ। ਨਾ ਉਹਨਾਂ ਨੂੰ ਬੰਨੀ ਹੋਈ ਆਪਣੀ ਪੱਗ ਦਿਖਾਈ ਦਿੰਦੀ ਸੀ, ਨਾ ਸਿੱਖਾਂ ਦੇ ਕਰ ਲਿਆ ਹੋਇਆ ਜਨਮ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਯਾਦ ਸੀਗਾ। ਤਦ ਹੀ ਉਹ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਪਾ ਰਹੇ ਸੀਗੇ, ਉਹ ਚੀਜ਼ ਨੂੰ ਉਹ ਸਮਝ ਨਹੀਂ ਸੀ ਪਾ ਰਹੇ ਕਿ ਉਹ ਬੋਲ ਕਿੱਥੋਂ ਰਹੇ ਨੇ, ਕਹਿ ਕੀ ਰਹੇ ਨੇ, ਸਮਝਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਕਿਹੜੀਆਂ ਕਿਹੜੀਆਂ ਨੇ। ਸੋ ਇਹਨਾਂ ਚੀਜ਼ਾਂ ਤੇ ਸਾਨੂੰ ਜਿਹੜਾ ਹੈ ਉਹ ਨਜ਼ਰ ਮਾਰਨ ਦੀ ਜਿਹੜੀ ਹੈ ਉਹ ਜ਼ਰੂਰਤ ਜ਼ਰੂਰ ਹੈਗੀ ਆ। ਸੋ ਆਪਾਂ ਨੂੰ ਇੱਕ ਛੋਟਾ ਜਿਹਾ ਵਕਫਾ ਇੱਥੇ ਲੈਣਾ ਪੈਣਾ, ਆਪਾਂ ਇਸੇ ਗੱਲ ਨੂੰ ਕੰਟੀਨਿਊ ਜਿਹੜਾ ਹੈ ਉਹ ਕਰਦੇ ਹਾਂ। ਸੋ ਬ੍ਰੇਕ ਤੋਂ ਬਾਅਦ ਦਰਸ਼ਕੋ ਤੁਹਾਡਾ ਸਵਾਗਤ ਹੈ। ਆਪਾਂ ਗੱਲ ਕਰ ਰਹੇ ਸੀ ਉਸ ਸ਼ਖਸੀਅਤ ਦੀ, ਉਸ ਮਹਾਨ ਸ਼ਖਸੀਅਤ ਦੀ ਜਿਹਨਾਂ ਨੂੰ ਅਸੀਂ ਯਾਦ ਕਰਦੇ ਪਏ ਹਾਂ ਇਸ ਟਾਈਮ ਦੇ ਉੱਤੇ, ਹਮੇਸ਼ਾ ਸਾਡੇ ਮਨਾਂ ਦੇ ਵਿੱਚ ਨੇ। ਸੋ ਗੱਲ ਚੱਲੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੋਂ ਕਿ ਉਹਨਾਂ ਨੇ ਸਟੇਟਮੈਂਟ ਦਿੱਤੀ, ਜਿਸ ਵੀ ਪਹਿਲੂ ਤੋਂ ਦਿੱਤੀ, ਜਿਸ ਵੀ ਤਰੀਕੇ ਦੇ ਨਾਲ ਦਿੱਤੀ, ਜਿਸ ਤਰ੍ਹਾਂ ਦਾ ਸਵਾਲ ਉਹਦੇ ਕੱਲ ਨੂੰ ਜਿਹੜੇ ਪੋਲੀਟੀਕਲ ਤੌਰ ਦੇ ਉੱਤੇ ਕੀ ਨੈਗੇਟਿਵ ਕੀ ਪੋਜ਼ਿਟਿਵ ਨਿਕਲ ਕੇ ਆਉਂਦਾ, ਕੀ ਉਹਦੇ ਰਿਜ਼ਲਟ ਨਿਕਲ ਕੇ ਆਉਂਦੇ ਨੇ, ਉਹ ਇੱਕ ਅਲੱਗ ਗੱਲ ਹੈਗੀ ਆ। ਉਹਦੇ ਨਾਲ ਉਸ ਚੀਜ਼ ਬਾਰੇ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਹ ਸੋਚਣ ਦੀ ਜ਼ਰੂਰਤ ਨਹੀਂ ਹੈ। ਲੇਕਿਨ ਜਿਹੜੀ ਕੋਈ ਕਿਸੇ ਦੀ ਕੋਈ ਭਾਵਨਾ ਹੈਗੀ ਆ, ਜਾਂ ਜਿਹੜਾ ਉਹਨਾਂ ਨੇ ਕੌਮ ਦਾ ਦਰਦ ਜਾਂ ਕੌਮ ਨੂੰ ਇਸ ਸਿਚੁਏਸ਼ਨ 'ਚ ਪਾਇਆ ਤੇ ਉਹਨਾਂ ਨੇ ਉਹ ਸਟੇਟਮੈਂਟ ਦਿੱਤੀ, ਤੇ ਉਸ ਸਟੇਟਮੈਂਟ ਦੇ ਵਿੱਚ ਜਿਹੜਾ ਜੋ ਬਾਹਰ ਨਿਕਲ ਕੇ ਆਇਆ ਉਹ ਬਹੁਤ ਕੁਝ ਖੁੱਲੇ ਰੂਪ ਦੇ ਵਿੱਚ ਨਿਕਲ ਕੇ ਆਇਆ। ਇਹ ਚੀਜ਼ ਨੂੰ ਅਸੀਂ ਅੱਜ ਜਿਹੜਾ ਹੈ ਉਹ ਖਾਸ ਤੌਰ ਦੇ ਉੱਤੇ ਮੈਂ ਤੁਹਾਡੀ ਜਿਹੜਾ ਹੈ ਉਹ ਰੱਖਣਾ ਚਾਹੁੰਦਾ, ਤੁਹਾਡੇ ਅੱਗੇ ਰੱਖਣਾ ਚਾਹੁੰਦਾ, ਉਹ ਇਹ ਹੈਗਾ ਕਿ ਦੇਖੋ ਇਹਦੇ ਉੱਤੇ ਬਾਕੀ ਧਿਰਾਂ ਦਾ ਜਿਹੜਾ ਹੈ ਜਾਂ ਰਾਜ ਕਰਦੀ ਧਿਰ ਜਿਹੜੀ ਹੈਗੀ ਆ, ਜਾਂ ਬਾਕੀ ਲੋਕ ਜਿਹੜੇ ਉਹਨਾਂ ਦੇ ਚੇਲੇ ਚੱਟੇ ਨੇ, ਜਾਂ ਜਿਹੜੇ ਲੋਕ ਉਹਨਾਂ ਦੇ ਉਸ ਚੌਕਟੇ 'ਚ ਹੀ ਫਿੱਟ ਹੁੰਦੇ ਨੇ, ਉਹਨਾਂ ਨੂੰ ਕਿਸੇ ਹੋਰ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ, ਚਾਹੇ ਉਹਦੇ ਵਿੱਚ ਪਗੜੀਧਾਰੀ ਸਿੱਖ ਹੋਣ। ਵੈਸੇ ਮੈਂ ਤੇ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਸਿੱਖ ਮੰਨਦਾ ਨਹੀਂ ਹੈਗਾ, ਕਿਉਂਕਿ ਜਦੋਂ ਤੁਸੀਂ ਆਪਣੇ ਪਿਓ ਦੇ ਨਹੀਂ ਹੋ ਸਕੇ, ਮੇਰਾ ਭਾਵ ਕਿ ਜਦੋਂ ਤੁਸੀਂ ਕਲਗੀਧਰ ਪਾਤਸ਼ਾਹ ਦੇ ਹੋ ਨਹੀਂ ਸਕੇ, ਉਹਨਾਂ ਦੇ ਸਿਧਾਂਤਾਂ ਦੇ ਨਹੀਂ ਹੋ ਸਕੇ, ਜਾਂ ਉਹਨਾਂ ਵੱਲੋਂ ਚਲਾਈ ਹੋਈ ਕੌਮ ਦੇ ਨਹੀਂ ਹੋ ਸਕੇ, ਤੇ ਫਿਰ ਤੁਸੀਂ ਸਿੱਖ ਕਹਾਉਣ ਦੇ ਕਾਬਲ ਵੀ ਨਹੀਂ ਹੋ। ਮੈਂ ਉਹਨਾਂ ਦੋ ਤਿੰਨ ਸ਼ਖਸੀਅਤ ਨਹੀਂ ਕਹੂੰਗਾ, ਉਹਨਾਂ ਦੋ ਤਿੰਨ ਬੰਦਿਆਂ ਦੇ ਮੈਂ ਕੀੜਿਆਂ ਦੇ ਨਾਂ ਜ਼ਰੂਰ ਲਾਉਂਗਾ ਕਿ ਉਹ ਜੋ ਕੁਝ ਵੀ ਇਹ ਵਾਪਰਿਆ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਸਟੇਟਮੈਂਟ ਦਿੱਤੀ, ਕਿੰਨਾ ਇਸ ਟਾਈਮ ਦੇ ਉੱਤੇ ਰੌਲਾ ਪੈ ਗਿਆ ਕਿ ਦੇਖੋ ਜੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਐਡੀ ਵੱਡੀ ਸਟੇਟਮੈਂਟ ਦਿੱਤੀ, ਦੇਖੋ ਜੀ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ, ਦੇਖੋ ਜੀ ਆਹ ਕੁਛ ਕਰ ਦਿੱਤਾ, ਕੀ ਬੀਜੇਪੀ ਦੇ ਬੰਦੇ ਕੀ ਕਹੀ ਜਾ ਰਹੇ ਨੇ, ਉਹ ਜੋ ਉਹਨਾਂ ਦੇ ਮਨ 'ਚ ਆਇਆ ਸੋ ਕਹੀ ਜਾ ਰਹੇ ਨੇ। ਇੱਧਰ ਇੱਕ ਬੇਅੰਤੇ ਬੁੱਚੜ ਦਾ ਜਿਹੜਾ ਪੋਤਰਾ, ਉਹ ਅਲੱਗ ਟੋਨ ਉਹਦੀ ਹੁੰਦੀ ਹੈਗੀ ਆ, ਕਿਉਂਕਿ ਇਹਨਾਂ ਲੋਕਾਂ ਨੇ ਇੱਕ ਸੰਗਲੀ ਪਾਈ ਹੋਈ ਆ ਆਪਣੇ ਗਲ ਦੇ ਵਿੱਚ। ਮਾਫ ਕਰਨਾ, ਮੈਂ ਮੇਰੇ ਵਰਡ ਕੁਛ ਅੱਜ ਥੋੜੇ ਜਿਹੇ ਟਫ ਹੋਣਗੇ ਕਿਉਂਕਿ ਮੈਂ ਪਹਿਲਾਂ ਹੀ ਇਹ ਚੀਜ਼ ਕਹਿ ਦਿਆਂ।
ਕਿਉਂਕਿ ਕਈ ਵਾਰੀ ਤੁਹਾਡੇ ਕੋਲ ਫਿਰ ਕੋਈ ਚਾਰਾ ਨਹੀਂ ਬਚਦਾ ਇਹਨਾਂ ਲੋਕਾਂ ਵਾਸਤੇ, ਜਦੋਂ ਇਹ ਲੋਕ ਜਿਹੜੇ ਜਿਨ੍ਹਾਂ ਨੇ ਨਾ ਧੱਕੇ ਦੇ ਨਾਲ ਇਹਨਾਂ ਨੇ ਸਿਰ ਫਸਾਏ ਹੋਏ ਨਾ ਪੱਗਾਂ ਦੇ ਵਿੱਚ, ਸੋ ਇਹਨਾਂ ਦਾ ਜਿਹੜਾ ਚਿਹਰਾ ਨਾ ਉਹ ਨੰਗਾ ਹੋਣਾ ਚਾਹੀਦਾ। ਇਹਨਾਂ ਦਾ ਚਿਹਰਾ ਜਿਹੜਾ ਦੁਨੀਆ ਦੇ ਸਾਹਮਣੇ, ਇਹ ਹਰ ਵਾਰ ਨੰਗਾ ਤਾਂ ਕਰਦੇ ਨੇ, ਲੇਕਿਨ ਬਦਕਿਸਮਤੀ ਨੂੰ ਮੈਂ ਕਹਿ ਲੈਣਾ ਕਿ ਜਾਂ ਸਾਡੇ ਲੋਕਾਂ ਨੂੰ ਸਮਝ ਨਹੀਂ ਆਉਂਦੀ, ਖਾਸ ਤੌਰ ਦੇ ਉੱਤੇ ਲੁਧਿਆਣੇ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਪਈ। ਤੁਸੀਂ 2 ਵਾਰੀ ਉਹਨੂੰ MP ਬਣਾ ਕੇ ਤੋੜ ਦਿੱਤਾ, ਤੇ ਉਹ ਬੰਦਾ ਜੋ ਦੁਨੀਆ ਭਰ ਦੀ ਬਕਵਾਸ ਉਹ ਕਰਦਾ ਹੈਗਾ, ਉਹ ਤੁਹਾਡੇ ਕਦੀ ਸਮਝ ਨਹੀਂ ਆਈ। ਤੁਸੀਂ ਉਹਦੀ ਫੋਟੋ ਆਪਣੇ ਘਰਾਂ ਦੇ ਵਿੱਚ ਡਰਾਇੰਗ ਰੂਮਾਂ ਦੇ ਵਿੱਚ ਖਚਾ ਕੇ ਕਿਤੇ ਗੁਲਦਸਤੇ ਦੇ ਨਾਲ ਤੇ ਕਿਤੇ ਹੋਰ ਜਗ੍ਹਾ ਦੇ ਉੱਤੇ ਲਾਈ ਹੋਊਗੀ। ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਆਪਣੀਆਂ ਗੁਲਾਮ ਨਹੀਂ ਕਰ ਰਹੇ ਇਹਨਾਂ ਲੋਕਾਂ ਦੇ ਅੱਗੇ। ਇਹ ਕਦ ਸੋਚ ਸਾਨੂੰ ਆਊਗੀ? ਮੈਂ ਦੂਜਿਆਂ ਦੀ ਗੱਲ ਨਹੀਂ ਕਰਦਾ, ਮੈਂ ਖਾਸ ਤੌਰ ਦੇ ਉੱਤੇ ਲੁਧਿਆਣੇ 'ਚ ਵਸਦੇ ਜਿਹੜੇ ਉਸ ਇਲਾਕੇ ਦੇ ਵਿੱਚ ਲੋਕ ਆਉਂਦੇ ਨੇ, ਮੈਂ ਉਹਨਾਂ ਦੀ ਗੱਲ ਕਰਦਾ ਪਿਆ ਕਿ ਕੀ ਉਹ ਲੋਕ ਇਹ ਚੀਜ਼ ਜਦੋਂ ਸਵੇਰੇ ਉੱਠ ਕੇ ਤੁਸੀਂ ਕੋਈ ਗੁਰੂ ਦੇ ਨਾਮ ਲੈਣ ਤੋਂ ਬਾਅਦ ਜਾਂ ਨਾਂ ਲੈਣ ਤੋਂ ਬਾਅਦ ਜਦੋਂ ਤੁਸੀਂ ਦਸਤਾਰ ਬੰਨ੍ਹਦੇ ਹੋ, ਆਪਣੀ ਪਗੜੀ ਬੰਨ੍ਹਦੇ ਹੋ ਸ਼ੀਸ਼ੇ ਦੇ ਅੱਗੇ, ਤੇ ਆਪਣੇ ਚਿਹਰੇ ਵੱਲ ਵੇਖ ਕੇ ਕਦੀ ਇਹ ਚੀਜ਼ ਮਹਿਸੂਸ ਨਹੀਂ ਕੀਤੀ ਕਿ ਜਿਹੜੇ ਬੰਦੇ ਨੂੰ ਅਸੀਂ MP ਬਣਾ ਕੇ ਤੋੜ ਦਿੱਤਾ ਤੇ ਉਹ ਸਾਡੀ ਸਿੱਖ ਵਿਰੋਧੀ ਸਭ ਤੋਂ ਜ਼ਿਆਦਾ ਉਹ ਚਿਹਰੇ ਹੈਗੇ ਨੇ, ਕਿਉਂਕਿ ਉਹਨਾਂ ਦਾ ਤੇ ਪਰਿਵਾਰ ਦੇ ਵਿੱਚ ਹੀ ਇਹ ਚੀਜ਼ਾਂ ਹੈਗੀਆਂ ਨੇ। ਸੋ ਇਹ ਗੱਲਾਂ ਵੀ ਸਾਨੂੰ ਸਮਝਣ ਵਾਲੀਆਂ ਨੇ। ਇੱਕ ਦੋ ਹੋਰ, ਇੱਕ ਉਹ ਸ਼ਰਾਬੀ ਜਿਹੜਾ ਇੱਕ ਹੋਰ MP ਬਣਾ ਕੇ ਤੋਰਿਆ ਹੋਇਆ ਤੁਸੀਂ, ਉਹ ਆਮ ਆਦਮੀ ਪਾਰਟੀ ਦਾ, ਉਹਨੇ ਅੱਜ ਇੱਕ ਸਟੇਟਮੈਂਟ ਉਹਦੀ ਮੈਂ ਸੁਣਦਾ ਪਿਆ ਸੀਗਾ, ਉਹ ਵੀ ਹੈਰਾਨੀਜਨਕ ਸਟੇਟਮੈਂਟ ਸੀਗੀ। ਇਹੋ ਜਿਹੀ ਧਰਮ ਤੇ ਰਾਜਨੀਤੀ ਜਿਹੜੀ ਹੈ ਉਹ ਅਲੱਗ ਹੋਣੀ ਚਾਹੀਦੀ ਆ। ਭਾਈ ਤੂੰ ਸਿੱਖਾਂ ਦੇ ਘਰ ਜਨਮ ਲਿਆ, ਜੇ ਤੂੰ ਸਿੱਖਾਂ ਦੇ ਘਰ ਪੱਗ ਬੰਨ੍ਹਣਾ, ਕਦੀ ਤੂੰ ਭਗਤ ਸਿੰਘ ਵਾਲੀ ਪੱਗ ਬੰਨ੍ਹ ਲੈਣਾ, ਕਦੀ ਕੋਈ ਹੋਰ ਪੱਗ ਬੰਨ੍ਹ ਲੈਣਾ, ਭਾਈ ਸਿੱਖਾਂ ਦੇ ਘਰ ਤੂੰ ਜਨਮ ਲਿਆ ਤਾਂ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੀਰੀ ਪੀਰੀ ਦਾ ਸੰਕਲਪ ਕਿਹਨਾਂ ਨੇ ਦਿੱਤਾ ਸੀਗਾ। ਤੈਨੂੰ 6ਵੇਂ ਪਾਤਸ਼ਾਹ ਯਾਦ ਨਹੀਂ ਹੈ, ਤੈਨੂੰ ਦਿੱਲੀ ਸਿਰਫ ਯਾਦ ਹੈਗੀ ਆ। ਸੋ ਇਹੋ ਜਿਹੇ ਲੋਕ ਜਿਹੜੇ ਨੇ ਤੁਸੀਂ ਜਦੋਂ ਚੁਣ ਕੇ ਭੇਜਦੇ ਹੈਗੇ ਹੋ, ਇਹ ਤੁਹਾਡਾ ਸਵਾਰਨਗੇ ਕੀ? ਇਹ ਤੁਹਾਡੇ ਉਸ ਦਾਇਰੇ ਦੇ ਵਿੱਚ ਹੀ ਫਿੱਟ ਨਹੀਂ ਹੁੰਦੇ। ਪੰਜਾਬ ਤੇ ਪੰਜਾਬੀਅਤ ਦੀ ਉਹ ਉੱਠਿਆ, ਉਹ ਕਹਿੰਦਾ ਜੀ ਇੱਥੇ ਗਿੱਧਿਆਂ ਭੰਗੜਾਂ ਦੀ ਇਹ ਤਾਂ ਧਰਤੀ ਹੈ ਜੀ। ਉਹ ਭਾਈ ਤੂੰ ਨਚਾਰ ਸਮਝਦਾ ਪੰਜਾਬੀਆਂ ਨੂੰ? ਤੂੰ ਆਪਣੇ ਪਰਿਵਾਰ ਦੀ ਕਿਤੇ ਫੋਟੋ ਪਾ ਹਾਂ ਨੱਚਦਿਆਂ ਦੀ, ਕੱਲਿਆਂ ਦੀ, ਉਹਨਾਂ ਦੀ। ਤੂੰ ਦੂਜੇ ਪੰਜਾਬ ਨੂੰ ਨਚਾਰ ਕਿਉਂ ਬਣਾਈ ਜਾਂਦਾ? ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਸੋਚਣੀਆਂ ਪੈਣਗੀਆਂ, ਸਾਨੂੰ ਦਿਮਾਗ ਦੇ ਵਿੱਚ ਲੈ ਕੇ ਆਉਣੀਆਂ ਪੈਣਗੀਆਂ। ਸੋ ਮੈਂ ਇਹ ਗੱਲਾਂ ਤਾਂ ਕਰਕੇ ਤੁਹਾਡੇ ਨਾਲ ਜੋੜ ਰਿਹਾ ਹੈਗਾ, ਤਾਂ ਤੁਹਾਡੇ ਨਾਲ ਇਹ ਆਪਾਂ ਗੱਲਬਾਤ ਕਰ ਰਹੇ ਹੈਗੇ ਆ ਕਿ ਇਹਨਾਂ ਚੀਜ਼ਾਂ ਦੇ ਉੱਤੇ ਵੀ ਸਾਨੂੰ ਨਜ਼ਰ ਰੱਖਣੀ, ਇਹਨਾਂ ਨੂੰ ਨਜ਼ਰ ਅੰਦਾਜ਼ ਨਾ ਕਰਿਆ ਕਰੋ, ਕਿਉਂਕਿ ਇਹ ਸਾਰੇ ਲੋਕ ਜਿਹੜੇ ਨੇ ਇਹ ਉਸ ਕਟਹਿਰੇ ਦੇ ਵਿੱਚ ਖੜੇ ਹੁੰਦੇ ਨੇ, ਪਰ ਅਸੀਂ ਲੋਕ ਕਰਦੇ ਨਹੀਂ। ਅਸੀਂ ਤਾਂ ਇਹਨਾਂ ਨੂੰ ਰੱਬ ਬਣਾ ਕੇ ਪੂਜਦੇ ਆ, ਅਸੀਂ ਤਾਂ ਇਹਨਾਂ ਦੇ ਨਾਲ ਫੋਟੋਆਂ ਖਿਚਾ ਕੇ ਆਪਣੇ ਡਰਾਇੰਗ ਰੂਮਾਂ 'ਚ ਲਾਉਂਦੇ ਆ। ਆਪਾਂ ਹੀ ਇਹਨਾਂ ਲੋਕਾਂ ਨੂੰ ਇੱਥੇ ਸਿਰ ਦੇ ਉੱਤੇ ਚੜਾ ਰੱਖਿਆ ਹੋਇਆ ਨਾ। ਸੋ ਇਹ ਲੋਕ ਕੌਣ ਨੇ? ਇਹ ਲੋਕ ਜਾ ਕੇ ਤੁਹਾਡਾ ਕੀ ਸਵਾਰਦੇ ਨੇ? ਕਿੱਥੇ ਜਾ ਕੇ? ਜਦੋਂ ਇਹ ਸੱਤਾ 'ਚ ਹੁੰਦੇ ਨੇ ਉਦੋਂ ਨਹੀਂ ਪਛਾਣਦੇ, ਅੱਗੋਂ ਪਿੱਛੋਂ ਇਹ TV ਚੈਨਲਾਂ ਦੇ ਉੱਤੇ ਸੋ ਕਾਲ ਜਿਹੜਾ ਉੱਥੇ ਮੀਡੀਆ ਹੈਗਾ, ਗੋਦੀ ਮੀਡੀਆ ਹੈਗਾ, ਸਾਰਾ ਜਿੰਨਾ ਵੀ ਵਿਕਿਆ ਹੋਇਆ ਮੀਡੀਆ ਹੈਗਾ, ਉਹ ਲੋਕ ਇਹਨਾਂ ਨੂੰ ਇਹੋ ਜਿਹੇ ਪੁੱਠੇ ਸਿੱਧੇ ਸਵਾਲ ਪੁੱਛਦੇ ਨੇ ਤੇ ਉਹ ਇਹਨਾਂ ਦਾ ਜਵਾਬ ਜਿਹੜਾ ਹੈ ਉਹ ਬੜੇ ਖੁੱਲੇ ਰੂਪ ਦੇ ਵਿੱਚ ਜਿਹੜਾ ਹੈ ਉਹ ਐਂਟੀ ਸਿੱਖ ਹੋ ਕੇ ਬਿਲਕੁਲ ਦਿੰਦੇ ਨੇ। ਪਰ ਸਾਡੀਆਂ ਅੱਖਾਂ ਉਦੋਂ ਬੰਦ ਹੋ ਜਾਂਦੀਆਂ ਨੇ, ਕੰਨ ਵੀ ਸਾਡੇ ਬੰਦ ਹੋ ਜਾਂਦੇ ਨੇ, ਬੋਲੇ ਗੂੰਗੇ ਅੰਨੇ ਸਭ ਅਸੀਂ ਹੋ ਜਾਂਦੇ ਹੈਗੇ ਆ। ਕੀ ਗੱਲ ਇਹ ਚੀਜ਼ਾਂ ਸਾਨੂੰ ਸਮਝ ਨਹੀਂ ਆਉਂਦੀਆਂ ਹੈਗੀਆਂ? ਕਿੰਨਾਂ ਨੇ ਸਮਝਣੀਆਂ ਨੇ? ਜੇ ਅਸੀਂ ਨਹੀਂ ਸਮਝਣੀਆਂ ਤੇ ਫਿਰ ਕਿੰਨਾਂ ਨੇ ਸਮਝਣੀਆਂ? ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਸ ਚੀਜ਼ ਵਾਸਤੇ ਮੁਆਫ ਨਹੀਂ ਕਰਨਗੀਆਂ ਜੇ ਅਸੀਂ ਅੱਜ ਇਹਨਾਂ ਚੀਜ਼ਾਂ ਦੇ ਉੱਤੇ ਨਜ਼ਰ ਨਾ ਰੱਖੀ ਜਾਂ ਇਹਨਾਂ ਦੇ ਉੱਤੇ ਅਸੀਂ ਗੱਲਬਾਤ ਨਾ ਕੀਤੀ ਹੈਗੀ। ਆਪਾਂ ਮੀਡੀਆ ਦੀ ਗੱਲ ਕਰ ਲਈਏ। ਹੁਣ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ, ਹਾਲਾਂਕਿ ਚਲੋ ਹਰ ਇੱਕ ਦਾ ਆਪੋ ਆਪਣਾ ਸਿਲਸਿਲਾ ਹੈਗਾ, ਮੈਂ ਨਾਮ ਲੈਣ ਤੋਂ ਕੋਈ ਮੈਨੂੰ ਜਿਹੜੀ ਹੈ ਝਿਜਕ ਨਹੀਂ ਹੈ। ਅਕਾਲ ਚੈਨਲ ਦੇ ਉੱਤੇ ਅਟੈਕ ਕੀਤਾ ਇਹਨਾਂ ਲੋਕਾਂ ਨੇ ਕਿ ਦੇਖੋ ਜੀ ਅਕਾਲ ਚੈਨਲ ਤਾਂ ਖਾੜਕੂਆਂ ਦੇ ਬੱਚਿਆਂ ਨੂੰ ਲਿਆ ਕੇ ਦੇਖੋ ਜੀ ਪ੍ਰਮੋਟ, ਤੇ ਸਾਡੇ ਇਸ ਜਿਹੜਾ ਹੈ ਪੰਜਾਬ ਦੇ ਹਾਲਾਤ, ਪੰਜਾਬ ਜਿਹੜਾ ਹੈ ਉਹ ਸਾਰਿਆਂ ਦਾ, ਸਾਰੇ ਵਸਦਿਆਂ ਦਾ ਹੀ ਪੰਜਾਬ ਹੈਗਾ। ਉਹ ਕੱਲਾ ਤੁਹਾਡਾ ਪੰਜਾਬ ਨਹੀਂ ਹੈ। ਤੁਹਾਨੂੰ ਪੰਜਾਬ ਦਾ ਫਿਕਰ ਹੋਣਾ ਨਹੀਂ ਚਾਹੀਦਾ, ਕਿਉਂਕਿ ਪੰਜਾਬ ਤੇਰੇ ਦਾਦੇ ਨੇ 1.5 ਲੱਖ ਮੁੰਡਾ ਮਾਰ ਦਿੱਤਾ।
ਤੁਹਾਨੂੰ ਉਹ ਨਜ਼ਰ ਨਹੀਂ ਆਉਂਦਾ ਹੈਗਾ। ਤੇ ਜਿਹੜਾ ਤੁਹਾਨੂੰ ਇੱਕ ਬੰਦਾ ਜਿਨ੍ਹਾਂ ਨੇ ਇੰਨੀ ਦੁੱਖ ਤਕਲੀਫ ਸਹੀ, ਤੇ ਜੇ ਉਹਨੇ ਆ ਕੇ ਆਪਣਾ ਦੁੱਖੜਾ ਜਿਹੜਾ ਹੈ ਉਹ ਸਾਰਾ ਕੁਝ ਬਿਆਨ ਕਰ ਦਿੱਤਾ, ਤੇ ਉੱਥੇ ਤੁਹਾਨੂੰ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਤੁਹਾਡਾ ਸਾਰਾ ਕੁਝ ਚਿਹਰਾ ਉੱਥੇ ਨੰਗਾ ਹੁੰਦਾ ਨਾ। ਉੱਥੇ ਤੁਸੀਂ ਲੋਕ ਜਿਹੜੇ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਨ ਲੱਗ ਪੈਂਦੇ ਹੋ ਕਿ ਜੇ ਸਾਨੂੰ ਨੰਗੇ ਹੋ ਗਏ ਤੇ ਫਿਰ ਸਾਡੀ ਰਾਜ ਸੱਤਾ ਕਿਵੇਂ ਜਿਹੜੀ ਹੈ ਉਹ ਚੱਲੇਗੀ, ਤੇ ਅਸੀਂ ਲੋਕਾਂ ਦੇ ਵਿੱਚ ਕਿਵੇਂ ਵਿਚਰਾਂਗੇ। ਪਰ ਇਹ ਸਮਾਂ ਬਹੁਤ ਜ਼ਿਆਦਾ ਜਿਹੜਾ ਹੈ ਉਹ ਬਲਵਾਨ ਹੁੰਦਾ। ਸਮਾਂ ਸਭ ਕੁਝ ਲੈ ਕੇ ਆਉਂਦਾ ਹੌਲੀ ਹੌਲੀ ਕਰਕੇ। ਸੋ ਇਹ ਜੋ ਕੁਝ ਵਾਪਰ ਰਿਹਾ ਨਾ ਇਸ ਟਾਈਮ ਦੇ ਉੱਤੇ, ਜੋ ਕੁਝ ਦੁਨੀਆ ਦੇ ਸਾਹਮਣੇ ਆ ਰਿਹਾ, ਜਾਂ ਜਿੰਨਾ ਇਸ ਸਾਲ ਦੇ ਵਿੱਚ ਆਇਆ, ਮੈਨੂੰ ਇਹ ਲੱਗਦਾ ਕਿ ਪਿਛਲੇ ਸਾਰੇ ਸਾਲਾਂ ਦੇ ਮੁਕਾਬਲੇ ਇਸ ਟਾਈਮ ਦੇ ਉੱਤੇ ਬਹੁਤ ਖੁੱਲੇ ਰੂਪ ਦੇ ਵਿੱਚ ਹਰ ਚੀਜ਼ ਜਿਹੜੀ ਆ ਉਹ ਦੁਨੀਆ ਦੇ ਸਾਹਮਣੇ ਆਈ ਹੈਗੀ ਆ। ਤੇ ਬਹੁਤ ਉਹਨਾਂ ਲੋਕਾਂ ਦੇ ਚਿਹਰੇ ਵੀ ਨੰਗੇ ਹੋਏ ਜਿਹੜੇ ਲੋਕ ਬੇਸਮਝੇ ਹੋਏ ਬੈਠੇ ਸੀਗੇ, ਕਿ ਜਿਹੜੇ ਲੋਕ ਸਮਝਦੇ ਸੀ ਕਿ ਇਹ ਬੰਦੇ ਬਿਲਕੁਲ ਜਿਹੜੇ ਨੇ ਸੱਚੇ ਤੇ ਸੁੱਚੇ ਨੇ, ਇਹਨਾਂ ਨੇ ਸਾਡਾ ਜਿਹੜਾ ਬੇੜਾ ਹੈ ਉਹ ਤਾਰਨਾ ਹੈਗਾ। ਅਕਾਲ ਚੈਨਲ ਨੂੰ ਅੱਜ ਸਿੱਖ ਸਿਆਸਤ ਦੀ ਜਿਹੜੀ ਹੈਗੀ ਆ ਉਹਨਾਂ ਦੇ ਜਿਹੜੀ ਵੈਬਸਾਈਟ ਹੈਗੀ ਆ ਉਹਨੂੰ ਬੰਦ ਕੀਤਾ ਗਿਆ ਇੰਡੀਆ ਦੇ ਵਿੱਚ। ਸੋ ਤੁਹਾਡੇ ਕੋਲ ਤੁਹਾਡੇ ਪੱਲੇ ਦੱਲੇ ਕੀ ਆ? ਤੁਸੀਂ ਇਹੀ ਕੁਝ ਕਰ ਸਕਦੇ ਹੈਗੇ ਹੋ ਕਿ ਜਿਹੜਾ ਬੰਦਾ ਸੱਚ ਬੋਲਦਾ ਹੈਗਾ, ਜਾਂ ਜਿਹੜਾ ਬੰਦਾ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈਗਾ, ਉਹਦਾ ਤੁਸੀਂ ਗਲਾ ਜਿਹੜਾ ਹੈ ਉਹ ਘੁੱਟੋ, ਉਹਨੂੰ ਬੋਲਣ ਨਾ ਦਿਓ, ਦੁਨੀਆ ਤੱਕ ਪਹੁੰਚਣ ਨਾ ਦਿਓ। ਉਹ ਭਾਈ ਤੁਹਾਡੇ ਇਹਨਾਂ ਕੀਤਿਆਂ ਦੇ ਨਾਲ ਕੁਝ ਨਹੀਂ ਬਣਨਾ। ਇੱਕ ਦੀ ਜਗ੍ਹਾ 4 ਹੋਰ ਉੱਠਣਗੇ, ਇੱਕ ਦੀ ਜਗ੍ਹਾ 10 ਹੋਰ ਉੱਠਣਗੇ। ਕਿਹਦਾ ਤੁਸੀਂ ਮੂੰਹ ਫੜ ਲੋਗੇ? ਜੇ ਇੰਨੇ ਸਾਲਾਂ ਦੇ ਵਿੱਚ ਤੁਸੀਂ 84 ਨੂੰ ਭੁਲਵਾਉਣ ਵਾਸਤੇ ਲੱਖਾਂ ਡਾਲਰ ਖਰਚ ਕਰ ਦਿੱਤੇ ਕਿ ਲਓ ਜੀ ਅਸੀਂ ਤੁਹਾਨੂੰ 84 ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭੁਲਾ ਦੇਣੀ ਆ। ਜੇ ਸਿੱਖ ਕੌਮ 84 ਭੁੱਲੀ ਨਹੀਂ ਤੇ ਭੁੱਲਣੀ ਵੀ ਨਹੀਂ। ਇਹ ਤਾਂ ਇਹੋ ਜਿਹਾ ਕਹਿ ਰਹੀ ਹੈ, ਨਾ ਭੁੱਲਣ ਯੋਗ ਆ ਨਾ ਬਖਸ਼ਣ ਯੋਗ ਆ। ਬਖਸ਼ਣ ਯੋਗ ਵੀ ਨਹੀਂ ਹੈਗੀ। ਸੋ ਬਖਸ਼ੇ ਵੀ ਤੁਸੀਂ ਨਹੀਂ ਜਾਂਦੇ। ਭੁੱਲਣਾ ਤੇ ਤੁਸੀਂ ਆਪਣੇ ਦਿਮਾਗ ਚੋਂ ਇਹ ਚੀਜ਼ ਕੱਢ ਦਿਓ। ਸਿੱਖਾਂ ਨੇ ਅੱਜ ਤੱਕ ਵੀ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਅਟੈਕ ਕੀਤਾ ਜਾਂ ਸਿੱਖ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਹ ਆਪ ਤਾਂ ਬਰਬਾਦ ਹੋ ਗਏ, ਆਪ ਤਾਂ ਖਤਮ ਹੋ ਗਏ, ਪਰ ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਅੱਜ ਵੀ ਹੈ, ਸੰਸਾਰ ਭਰ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੈ। ਅਸੀਂ ਲੋਕ, ਤੁਸੀਂ ਸਾਨੂੰ ਬਹੁਤ ਉਜਾੜਿਆ, ਪਰ ਉਜਾੜ ਕੇ ਅਸੀਂ ਅੱਗੇ ਆ ਕੇ ਵਸੇ ਆ, ਤੇ ਖੁੱਲੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਜਿਹੜਾ ਹੈ ਉਹ ਵਿਚਰ ਰਿਹਾ ਸਿੱਖ ਇਸ ਚੀਜ਼ ਦੀ ਮਿਸਾਲ ਦੇ ਰਿਹਾ ਹੈਗਾ ਕਿ ਅਸੀਂ ਪੀਸਫੁਲ ਲੋਕ ਆ। ਪਰ ਜੇ ਸਾਡੇ ਉੱਤੇ ਜਾਂ ਸਾਡੇ ਧਰਮ ਉੱਤੇ ਜਾਂ ਸਾਡੀ ਕੌਮ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੇ ਨਾਲ ਵੀ ਕੋਈ ਹਮਲਾਵਰ ਬਣ ਕੇ ਆਇਆ, ਅਸੀਂ ਉਹਦਾ ਜਵਾਬ ਦਿੱਤਾ ਹੀ ਆ, ਚਾਹੇ ਸਾਨੂੰ ਉਹ ਜਵਾਬ ਕਿਸੇ ਵੀ ਰੂਪ ਦੇ ਵਿੱਚ ਦੇਣਾ ਪਵੇ। ਅੱਜ ਮੀਡੀਆ ਦਾ ਜ਼ਮਾਨਾ, ਤੁਸੀਂ ਕੋਸ਼ਿਸ਼ ਕਰਕੇ ਦੇਖ ਲਓ ਕਿ ਕਿੰਨਿਆਂ ਕਦੇ ਤੁਸੀਂ ਜਿਹੜਾ ਹੈ ਉਹ ਸਾਈਟਸ ਬੰਦ ਕਰੋਗੇ, ਕਿੰਨਿਆਂ ਕੁ ਨਾਲ ਤੁਸੀਂ ਜਿਹੜਾ ਹੈ ਇਸ ਤਰ੍ਹਾਂ ਦੇ ਨਾਲ ਮੱਥਾ ਲਾਓਗੇ। ਇੱਕ ਲਾਓਗੇ 20 ਹੋਰ ਉੱਠਣਗੇ, ਬਹੁਤ ਉੱਠਣਗੇ ਹੱਲੇ, ਕਿਉਂਕਿ ਤੁਹਾਡੇ ਹੁਣ ਜਿਹੜੇ ਚਿਹਰੇ ਨੇ ਉਹ ਨੰਗੇ ਜ਼ਰੂਰ ਹੋਣਗੇ। ਲੋਕ ਬੋਲਣਗੇ ਵੀ, ਬਿਲਕੁਲ ਬੋਲਣਗੇ। ਹੁਣ ਸਮਾਂ ਆ ਗਿਆ, ਤੁਹਾਡੇ ਨਾਲ ਤੁਹਾਡੀ ਲੈਂਗੁਏਜ ਵਿੱਚ ਹੀ ਗੱਲ ਕੀਤੀ ਜਾਊਗੀ। ਜਿੱਦਾਂ ਦੀ ਲੈਂਗੁਏਜ ਤੁਸੀਂ ਬੋਲੋਗੇ, ਜਿੱਦਾਂ ਦੇ ਵਰਡ ਤੁਸੀਂ ਬੋਲੋਗੇ, ਅੱਤਵਾਦੀ, ਵੱਖਵਾਦੀ, ਰੈਡੀਕਲਸ, ਜੋ ਤੁਸੀਂ ਸੰਸਾਰ ਭਰ ਦੇ ਵਿੱਚ ਸਿੱਖਾਂ ਦੀ ਇਮੇਜ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਉਸ ਤੇ ਉਲਟ ਸਾਰਾ ਕੁਝ, ਉਹਦੇ ਵਿਪਰੀਤ, ਉਹਦੇ ਸਭ ਕੁਝ ਆਪੋਜੀਟ ਹੋ ਰਿਹਾ। ਸੋ ਇਹ ਚੀਜ਼ ਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਹੋ। ਇਸ ਚੀਜ਼ ਨੂੰ ਇਸ ਟਾਈਮ ਦੇ ਉੱਤੇ ਜਿਹੜੀ ਇੰਡੀਅਨ ਸਟੇਟ ਆ ਉਹ ਚੰਗੀ ਤਰ੍ਹਾਂ ਦੇ ਨਾਲ ਜਾਣਦੀ ਆ, ਔਰ ਉਹ ਪ੍ਰੋਪਰ ਵਾਚ ਕਰਦੀ ਪਈ ਆ। ਤੇ ਉਹਨਾਂ ਨੂੰ ਇੱਕ ਸਾਡੀ ਕੀਤੀ ਹੋਈ ਚੀਜ਼ ਵੀ ਜਿਹੜੀ ਆ ਚੀਕਾਂ ਕਢਵਾ ਰਹੀ ਆ। ਉਹਨਾਂ ਦੀਆਂ ਚੀਕਾਂ ਤੋਂ ਸਾਨੂੰ ਇਹ ਚੀਜ਼ ਮਹਿਸੂਸ ਹੋ ਰਹੀ ਆ ਕਿ ਅਸੀਂ ਆਪਣੇ ਸਹੀ ਟਰੈਕ ਦੇ ਉੱਤੇ ਚੱਲ ਰਹੇ ਹੈਗੇ ਆ। ਹੁਣ ਤੱਕ ਕੌਮ ਡਿਫੈਂਸਿਵ ਸੀ, ਹੱਲੇ ਵੀ ਅਸੀਂ ਡਿਫੈਂਸਿਵ ਮੋਡ ਦੇ ਵਿੱਚ ਹੀ ਆ। ਬਹੁਤ ਸਾਨੂੰ ਹੱਲੇ ਮਿਹਨਤ ਕਰਨ ਦੀ ਲੋੜ ਹੈਗੀ ਆ, ਕਿਉਂਕਿ ਉਹ ਜਿਹੜਾ ਦੁਸ਼ਮਣ ਹੈ ਉਹ ਬਹੁਤ ਵੱਡੇ ਰੂਪ ਦੇ ਵਿੱਚ ਸਾਡੇ ਨਾਲ ਹਰ ਤਰੀਕੇ ਦੇ ਨਾਲ ਉਹ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਹੈਗਾ। ਹਰ ਤਰੀਕੇ ਦੇ ਨਾਲ ਉਹ ਇਹੋ ਜਿਹੀ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਗਲਤੀ ਕਰੀਏ ਜਾਂ ਐਦਾਂ ਦਾ ਕੁਝ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫੇਰ
ਢਹਿੰਦੀ ਕਲਾ ਦੇ ਵੱਲ ਲਿਜਾਇਆ ਜਾਵੇ। ਸੋ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਨਜ਼ਰ ਰੱਖਣੀ ਪਏਗੀ, ਸਾਨੂੰ ਉਸ ਤਰ੍ਹਾਂ ਦੇ ਜਵਾਬ ਦੇਣੇ ਪੈਣਗੇ, ਉੱਦਾਂ ਦਾ ਹੀ ਸਾਨੂੰ ਬਣਨਾ ਪਏਗਾ, ਉੱਦਾਂ ਦਾ ਹੀ ਸਾਨੂੰ ਜਿਹੜਾ ਹੈ ਉਹਨਾਂ ਦੇ ਵਾਸਤੇ ਤਿਆਰੀ ਕਰਨੀ ਪਏਗੀ, ਫਿਜ਼ੀਕਲ ਤੌਰ ਦੇ ਉੱਤੇ ਵੀ, ਮੈਂਟਲੀ ਵੀ, ਇਕਨੋਮਿਕਲੀ ਵੀ। ਸੋ ਜਿਹੜੀਆਂ ਵੀ ਸੰਸਥਾਵਾਂ ਇਸ ਟਾਈਮ ਦੇ ਉੱਤੇ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਕੰਮ ਕਰਦੀਆਂ, ਉਹਨਾਂ ਨੂੰ ਐਪਰੀਸ਼ੀਏਟ ਕਰਿਆ ਕਰੋ। ਉਹਨਾਂ ਨੂੰ ਐਪਰੀਸ਼ੀਏਟ ਕਰਨਾ ਸਾਡਾ ਬਣਦਾ। ਅਸੀਂ ਕ੍ਰਿਟੀਸਾਈਜ਼ ਜ਼ਿਆਦਾ ਕਰਦੇ ਹੈਗੇ ਆ। ਸਾਡਾ ਇਸ ਟਾਈਮ ਦੇ ਉੱਤੇ ਇਹ ਮਕਸਦ ਨਹੀਂ ਹੈਗਾ ਕਿ ਸਾਡੇ ਦੇਖੋ ਜੀ ਕੁਝ ਪ੍ਰਚਾਰਕ ਕਿਸੇ ਗੱਲ ਦੇ ਉੱਤੇ ਰੌਲਾ ਪਾ ਕੇ ਬਹਿ ਜਾਂਦੇ ਆ ਜੀ, ਆਹ ਦੇਖੋ ਜੀ ਆਹ ਚੀਜ਼ ਕਰ ਦਿੱਤੀ ਇਹਨਾਂ ਨੇ, ਆਹ ਦੇਖੋ ਜੀ ਇਸ ਟਾਈਮ ਦੇ ਉੱਤੇ ਸਾਨੂੰ ਇਹ ਗ੍ਰੰਥ ਪੜ੍ਹਨਾ ਚਾਹੀਦਾ ਤੇ ਇਹ ਗ੍ਰੰਥ ਸਾਨੂੰ ਨਹੀਂ ਪੜ੍ਹਨਾ ਚਾਹੀਦਾ, ਇਸ ਦੇ ਉੱਤੇ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ ਜਾਂ ਇਹ ਕਰਨੀ ਨਹੀਂ ਚਾਹੀਦੀ, ਇਹਦੀ ਕਥਾ ਕਰਨੀ ਚਾਹੀਦੀ ਹੈ ਜੀ, ਇਹਦੀ ਕਥਾ ਨਹੀਂ ਕਰਨੀ ਚਾਹੀਦੀ। ਇਹ ਬਿਲਕੁਲ ਇਸ ਟਾਈਮ ਦੇ ਉੱਤੇ ਜਿਹੜੀਆਂ ਨੇ ਉਹ ਸੈਕੰਡਰੀ ਥਿੰਗਸ ਨੇ। ਜਿੱਥੇ ਪ੍ਰਾਇਮਰੀ ਚੀਜ਼ ਤੁਹਾਡਾ ਨਿਸ਼ਾਨਾ ਜਿਹੜਾ ਬਹੁਤ ਵੱਡਾ ਹੋਵੇ, ਜਿੱਦਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਣਾ ਦਾ ਨਿਸ਼ਾਨਾ ਬਹੁਤ ਵੱਡਾ ਸੀ। ਸੋ ਉਹਨਾਂ ਦੇ ਵੇਲੇ ਵੀ ਇਹ ਚੀਜ਼ਾਂ ਉੱਭਰ ਕੇ ਆਉਂਦੀਆਂ ਸੀਗੀਆਂ, ਕੁਛ ਚੀਜ਼ਾਂ ਲੋਕ ਮਹਿਸੂਸ ਕਰਦੇ ਸੀ, ਸਵਾਲ ਵੀ ਹੁੰਦੇ ਸੀ। ਪਰ ਜਦੋਂ ਤੁਹਾਡਾ ਨਿਸ਼ਾਨਾ ਅਲੱਗ ਹੋਵੇ, ਨਿਸ਼ਾਨਾ ਵੱਡਾ ਹੋਵੇ, ਤੇ ਫਿਰ ਤੁਸੀਂ ਨਿਸ਼ਾਨੇ ਦੀ ਪ੍ਰਾਪਤੀ ਲਈ ਉਧਰ ਨੂੰ ਕਦਮ ਉਠਾਓ, ਨਾ ਕਿ ਤੁਸੀਂ ਹੋਰ ਛੋਟੀਆਂ ਚੀਜ਼ਾਂ ਦੇ ਵਿੱਚ ਆਪਣੀ ਜਿਹੜੀ એનર્ਜੀ ਆ, ਕੌਮ ਦੀ એનર્ਜੀ ਆ, ਉਹਨੂੰ ਵੇਸਟ ਕਰੋ। ਕਿਉਂਕਿ ਜੇ ਅਸੀਂ ਇਹਨਾਂ ਚੀਜ਼ਾਂ 'ਚ ਉਲਝ ਗਏ, ਸੋ ਦੁਸ਼ਮਣ ਦਾ ਕੰਮ ਅਸੀਂ ਖੁਦ ਹੀ ਜਿਹੜਾ ਉਹ ਕਰਦੇ ਜਾਵਾਂਗੇ।